Hello, dear students. Welcome to your favorite learning channel, TrueStone English Guru. सो ਅੱਜ ਅਸੀਂ ਤੁਹਾਡੇ ਲਈ ਇੱਕ ਬਹੁਤ ਇੰਪੋਰਟੈਂਟ ਵੀਡੀਓ ਲੈ ਕੇ ਆਏ ਹਾਂ। ਅੱਜ ਅਸੀਂ ਕਰਾਂਗੇ IELTS ਦੇ ਵਿੱਚ ਰਾਈਟਿੰਗ ਟਾਸਕ 1 which is process graph। ਸੋ ਬਹੁਤ ਸਾਰੇ ਸਟੂਡੈਂਟਸ ਨੇ ਸਾਨੂੰ ਮੈਸੇਜ ਕੀਤਾ ਸੀਗਾ, ਰਿਕੁਐਸਟ ਕੀਤੀ ਸੀ ਕਿ ਅਸੀਂ ਪ੍ਰੋਸੈਸ ਗ੍ਰਾਫ ਕਰਾਈਏ। ਸੋ ਅੱਜ ਅਸੀਂ ਪ੍ਰੋਸੈਸ ਗ੍ਰਾਫ ਕਰਾਂਗੇ ਔਰ ਉਹਦੀ ਹਰ ਡਿਟੇਲ ਡਿਸਕਸ ਕਰਾਂਗੇ। ਇਹ ਮੇਰਾ ਵਾਅਦਾ ਹੈ ਕਿ ਇਸ ਵੀਡੀਓ ਤੋਂ ਬਾਅਦ ਤੁਹਾਨੂੰ ਪ੍ਰੋਸੈਸ ਗ੍ਰਾਫ 'ਚ ਕਦੀ ਕੋਈ ਪ੍ਰੋਬਲਮ ਨਹੀਂ ਹੋਏਗੀ। ਸੋ ਜੇ ਤੁਸੀਂ ਅਜੇ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਡੂ ਸਬਸਕ੍ਰਾਈਬ ਅਵਰ ਚੈਨਲ। ਤੇ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ, ਸਾਡੀ ਬਾਕੀ ਸਾਰੀ ਵੀਡੀਓਜ਼ ਵੀ ਦੇਖੋ ਤੇ ਸਾਨੂੰ ਕਮੈਂਟ 'ਚ ਦੱਸੋ ਕਿ ਤੁਹਾਨੂੰ ਸਾਡੀ ਵੀਡੀਓਜ਼ ਕਿੱਦਾਂ ਦੀਆਂ ਲੱਗ ਰਹੀਆਂ ਨੇ। ਸੋ ਵਿਦਆਊਟ ਵੇਸਟਿੰਗ ਐਨੀ ਟਾਈਮ, ਲੈਟਸ ਗੈਟ ਸਟਾਰਟਡ। ਸਟੂਡੈਂਟਸ, ਪ੍ਰੋਸੈਸ ਗ੍ਰਾਫ ਲਿਖਣ ਦੇ ਲਈ ਤੁਹਾਨੂੰ ਦੋ ਚੀਜ਼ਾਂ ਆਉਣੀਆਂ ਬਹੁਤ ਜ਼ਰੂਰੀ ਹੈ। ਇੱਕ ਤਾਂ ਪ੍ਰੈਜ਼ੈਂਟ ਇੰਡੈਫਿਨਿਟ ਟੈਂਸ और दूसरा प्रेजेंट इंडेफिनिट का पैसिव। पहला ਅਸੀਂ देखते हैं कि प्रेजेंट इंडेफिनिट टेंस की है। सो प्रेजेंट इंडेफिनिट टेंस ਦੇ ਵਿੱਚ ਸਾਡੇ ਵਾਕਤੰਤ ਹੁੰਦਾ ਹੈ ਦਾ ਹੈ, ਦੀ ਹੈ, ਦੇ ਹਨ। ਦਾ ਹੈ, ਦੀ ਹੈ, ਦੇ ਹਨ। ਉਹ ਸਕੂਲ ਜਾਂਦਾ ਹੈ, ਉਹ ਰੋਟੀ ਖਾਂਦਾ ਹੈ, ਉਹ ਸਕੂਲ ਜਾਂਦੀ ਹੈ। ਰਾਈਟ, ਸੋ ਦਾ ਹੈ, ਦੀ ਹੈ, ਦੇ ਹਨ। ਸਟਰਕਚਰ ਦੇਖੋ, ਸਬਜੈਕਟ ਨਾਲ ਵਰਬ ਦੀ ਫਸਟ ਫਾਰਮ ਐਸ ਔਰ ਈਐਸ ਦੈਨ ਆਬਜੈਕਟ। ਹੁਣ ਜੇ ਸਾਡੇ ਕੋਲ ਸਬਜੈਕਟ ਹੈ ਹੀ, ਸ਼ੀ, ਇਟ ਜਾਂ ਕੋਈ ਵੀ ਨਾਮ ਤੇ ਅਸੀਂ ਵਰਬ ਦੀ ਫਸਟ ਫਾਰਮ ਦੇ ਨਾਲ ਐਸ ਔਰ ਈਐਸ ਲਗਾਵਾਂਗੇ। ਪਰ ਜੇ ਸਾਡੇ ਕੋਲ ਸਬਜੈਕਟ ਹੈ ਆਈ, ਵੀ, ਯੂ, ਦੇ ਔਰ ਕੋਈ ਵੀ ਪਲੂਰਲ ਸਬਜੈਕਟ, ਫਿਰ ਅਸੀਂ ਇਕੱਲਾ ਵਰਬ ਦੀ ਫਸਟ ਫਾਰਮ ਲਗਾਵਾਂਗੇ। ਰਾਈਟ, ਹੁਣ ਦੇਖੋ ਆ ਸੈਂਟੈਂਸ ਹੈ ਆਈ ਈਟ ਫੂਡ। ਸੋ ਆਈ ਦੇ ਨਾਲ ਅਸੀਂ ਇਕੱਲਾ ਵਰਬ ਦੀ ਫਸਟ ਫਾਰਮ ਲਗਾਇਆ ਈਟ। ਰਾਈਟ, ਨਾਲ ਅਸੀਂ ਲਗਾਵਾਂਗੇ ਆਬਜੈਕਟ। ਹੁਣ सेंटेंस है मैं रोटी खांदा हां। सो आई ईट फूड, आई साडा सब्जेक्ट, ईट वर्ब दी फर्स्ट फॉर्म, देन फूड साडा ऑब्जेक्ट। हुन पैसिव, पैसिव दे विच तुसीं देखो कि पैसिव विच जे इहदे विच वाकदंत है दा है, दी है, दे है ते ओहदे विच साडा हुंदा है कुछ कीता जांदा है। राइट, सो कुछ कीता जांदा है। ਅਸੀਂ ਇਹਨੂੰ ਹਾਈਲਾਈਟ ਕਰਦੇ ਹਾਂ ਆਪਣੇ ਐਕਸ਼ਨ ਨੂੰ, ਨਾ ਕਿ ਸਬਜੈਕਟ ਨੂੰ। ਸੋ ਪੈਸਿਵ ਦੇ ਵਿੱਚ ਸਾਡਾ ਮੇਨ ਹਾਈਲਾਈਟ ਫੋਕਸ ਹੁੰਦਾ ਹੈ ਕਿ ਕੀ ਕੰਮ ਕੀਤਾ ਜਾਂਦਾ ਹੈ। ਰਾਈਟ, ਸੋ ਕੁਝ ਕੀਤਾ ਜਾਂਦਾ ਹੈ, ਨਾ ਕਿ ਅਸੀਂ ਇਹ ਦੇਖਦੇ ਵੀ ਕਿੰਨੇ ਕੀਤਾ। ਜੇ ਇੱਥੇ ਹੈ ਆਈ ਈਟ ਫੂਡ, ਅਸੀਂ ਆਈ ਦੀ ਗੱਲ ਕਰਦੇ ਹਾਂ, ਉੱਥੇ ਅਸੀਂ ਆਈ ਨੂੰ ਹਾਈਲਾਈਟ ਨਹੀਂ ਕਰਦੇ ਵੀ ਕਿੰਨੇ ਕੰਮ ਕੀਤਾ, ਬਟ ਕੀ ਕੀਤਾ ਜਾਂਦਾ ਅਸੀਂ ਉਹਨੂੰ ਹਾਈਲਾਈਟ ਕਰਦੇ ਹਾਂ ਪੈਸਿਵ ਚ। ਰਾਈਟ, ਸੋ ਕੁਝ ਕੀਤਾ ਜਾਂਦਾ ਹੈ ਵਾਕਦਾਨ। ਦੇਖੋ ਜਿੱਦਾਂ ਇਹਦੇ ਸਾਡਾ ਸਟਰਕਚਰ ਕੀ ਹੋਏਗਾ, ਆਬਜੈਕਟ ਅੱਗੇ ਆ ਜਾਏਗਾ, ਆਬਜੈਕਟ, ਦੈਨ ਇਜ਼ ਐਮ ਆਰ, ਦੈਨ ਵਰਬ ਦੀ ਥਰਡ ਫਾਰਮ प्लस बाय प्लस सब्जेक्ट। हुन इस जेड़ा सिंगुलर दे नाल लगेगा, एम आई दे नाल, आर प्लूरल दे नाल और वर्ब दी थर्ड फॉर्म लगनी है। इस चीज का ध्यान रखना। प्लस बाय प्लस सब्जेक्ट। हुन असि जो प्रोसेस ग्राफ लिखना है, साडा बाय प्लस सब्जेक्ट जेड़ा है इंपॉर्टेंट नहीं है, क्योंकि सानू प्रोसेस ग्राफ च ये चीज नहीं पता कि सब्जेक्ट कौन है, मतलब काम किन्ने कीता। ਸਾਨੂੰ ਇੰਨਾ ਪਤਾ ਕਿ ਸਟੈਪਸ ਕੀ ਨੇ, ਪ੍ਰੋਸੈਸ ਕੀ ਹੈ, ਵੀ ਕੀ ਹੋ ਰਿਹਾ ਹੈ, ਬਟ ਇਹ ਨਹੀਂ ਪਤਾ ਕਿੰਨੇ ਕੀਤਾ। ਇਸ ਕਰਕੇ ਵੈਸੇ ਸਟਰਕਚਰ ਦੇ ਵਿੱਚ ਬਾਈ ਪਲਸ ਸਬਜੈਕਟ ਤੁਸੀਂ ਸਕੂਲ 'ਚ ਪੜ੍ਹਿਆ ਹੋਣਾ, ਬਟ ਅਸੀਂ ਆਪਣੇ ਪ੍ਰੋਸੈਸ ਗ੍ਰਾਫ 'ਚ ਇਹ ਚੀਜ਼ ਓਮਿਟ ਕਰ ਦੇਣੀ, ਇਹਨੂੰ ਨਹੀਂ ਲਿਖਣਾ। ਹੁਣ ਤੁਸੀਂ ਦੇਖੋ ਅਸੀਂ ਸੈਂਟੈਂਸ ਕੀਤਾ ਆਈ ਈਟ ਫੂਡ, ਇਹਦਾ ਪੈਸਿਵ ਬਣ ਗਿਆ ਫੂਡ ਇਜ਼ ਈਟਨ ਬਾਈ ਮੀ। ਮੈਂ ਰੋਟੀ ਖਾਂਦਾ ਹਾਂ, ਰੋਟੀ ਮੇਰੇ ਦੁਆਰਾ ਖਾਧੀ ਜਾਂਦੀ ਹੈ। ਸੋ ਕੁਝ ਕੀਤਾ ਜਾਂਦਾ ਪਿਆ इस स्ट्रक्चर दे विच। राइट, सो फूड इज ईटन बाय मी। सो मेन ਅਸੀਂ ਹਾਈਲਾਈਟ ਕਿਹਨੂੰ ਕਰਦੇ ਹਾਂ, ਫੂਡ ਇਜ਼ ਈਟਨ ਨੂੰ। ਬਾय ਮੀ ਇਜ਼ ਨਾਟ ਹਾਈਲਾਈਟਡ। ਰਾਈਟ, ਸੋ ਇਸੇ ਤਰੀਕੇ ਨਾਲ ਅਸੀਂ ਆਪਣੇ ਸੈਂਟੈਂਸਸ ਬਣਾਵਾਂਗੇ। ਇੱਕ ਹੋਰ ਐਗਜ਼ਾਮਪਲ ਦੇਖੋ, ਹੀ ਗਰੋਜ਼ ਕਾਟਨ ਬੁਸ਼ਸ। ਹੁਣ ਇਹ ਚ ਹੀ ਸਬਜੈਕਟ ਹੈ, ਗਰੋਜ਼ ਵਰਬ ਦੀ ਫਸਟ ਫਾਰਮ ਨਾਲ ਐਸ ਔਰ ਈਐਸ, ਐਸ ਲੱਗ ਗਿਆ ਕਿਉਂਕਿ ਆਲਰੇਡੀ ਤੁਹਾਨੂੰ ਮੈਂ ਦੱਸਿਆ ਇੱਥੇ। ਰਾਈਟ, ਸੋ ਹੀ ਜਿਹੜਾ ਸਿੰਗੂਲਰ ਨਾਲ ਵਰਬ ਦੀ ਫਸਟ ਫਾਰਮ ਨਾਲ ਐਸ ਲੱਗ ਜਾਏਗਾ, ਦੈਨ ਕਾਟਨ ਬੁਸ਼ਸ। ਅਸੀਂ ਇਹਨੂੰ ਅੱਗੇ ਲਾਏ ਕਾਟਨ ਬੁਸ਼ਸ। ਰਾਈਟ, are grown by him। ਸੋ ਅਸੀਂ ਕੀ ਕੀਤਾ, ਦੇਖੋ ਇਹਦੇ ਵਿੱਚ ਵੀ ਉਹਦੇ ਦੁਆਰਾ ਕਾਟਨ ਬੁਸ਼ਸ ਉਗਾਈਆਂ ਜਾਂਦੀਆਂ ਨੇ। ਸੋ ਕੁਝ ਕੀਤਾ ਜਾ ਰਿਹਾ ਉਹਦੇ ਦੁਆਰਾ, ਕੀ ਕਾਟਨ ਬੁਸ਼ਸ ਨੂੰ ਉਗਾਇਆ ਜਾ ਰਿਹਾ। ਸੋ ਦੇਖੋ ਕਾਟਨ ਬੁਸ਼ਸ ਆਰ, ਫਿਰ ਵਰਬ ਦੀ ਥਰਡ ਫਾਰਮ, ਇਹ ਸਾਡੇ ਲਈ ਇੰਪੋਰਟੈਂਟ ਨਹੀਂ। ਸੋ ਇਸ ਤਰੀਕੇ ਨਾਲ ਤੁਸੀਂ ਆਪਣੇ ਸੈਂਟੈਂਸਸ ਬਣਾਉਣੇ। ਅਸੀਂ ਪੈਸਿਵ ਔਰ ਪ੍ਰੈਜ਼ੈਂਟ ਇੰਡੈਫਿਨਿਟ ਟੈਂਸ ਜਿਹੜਾ ਸਾਨੂੰ, ਇਹ ਦੋ ਚੀਜ਼ਾਂ ਸਾਡੇ ਲਈ ਇੰਪੋਰਟੈਂਟ। ਸੋ ਜਿੰਨਾ ਤੁਹਾਨੂੰ ਚਾਹੀਦਾ ਸੀ ਮੈਂ ਆਲਰੇਡੀ ਤੁਹਾਨੂੰ ਦੱਸ ਚੁੱਕੀ ਹਾਂ। ਜੇ ਤੁਸੀਂ ਦੀ ਡਿਟੇਲਡ ਵੀਡੀਓ ਚਾਹੁੰਦੇ, ਤੁਸੀਂ ਸਾਡੇ ਚੈਨਲ ਤੇ ਜਾ ਕੇ ਯੂ ਕੈਨ ਗੋ ਐਂਡ ਚੈੱਕ ਆਊਟ ਦਿਸ ਵੀਡੀਓ ਔਨ ਟੈਂਸਸ, ਬਟ ਫਿਲਹਾਲ ਪ੍ਰੋਸੈਸ ਗ੍ਰਾਫ ਲਈ ਤੁਸੀਂ ਇੰਨਾ ਕੁ ਸਮਝੋ ਜਿੰਨਾ ਚਾਹੀਦਾ। ਆਈ ਹੈਵ ਆਲਰੇਡੀ ਟੋਲਡ ਯੂ। ਚਲੋ ਹੁਣ ਅਸੀਂ ਵਧਦੇ ਹਾਂ ਅਸੀਂ ਆਪਣੇ ਪ੍ਰੋਸੈਸ ਗ੍ਰਾਫ ਤੇ ਸਟਰਕਚਰ ਵੱਲ। ਸੋ ਹੁਣ ਦੇਖੋ ਤੁਹਾਡੇ ਸਾਹਮਣੇ ਇੱਕ ਪ੍ਰੋਸੈਸ ਗ੍ਰਾਫ ਸ਼ੋ ਹੋ ਰਿਹਾ ਹੈ। ਸਟੇਟਮੈਂਟ ਪੜ੍ਹਦੇ ਹਾਂ।
The diagram below show the life cycle of cotton t-shirt. Summarize the information by selecting and reporting the main features and make comparisons where relevant. So जद भी तुसी अपना प्रोसेस ग्राफ लिखना है उस तो इंट्रोडक्शन ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਕਰਾਂਗੇ ਰੀਫਰੇਜ਼ਿੰਗ। ਤਾਂ ਰੀਫਰੇਜ਼ਿੰਗ ਦੇ ਕਰਨ ਦੇ ਲਈ ਅਸੀਂ ਲਾਈਨ ਕਿੱਦਾਂ ਲਿਖਾਂਗੇ ਦੇਖੋ the diagram explains the way ਤੁਸੀਂ ਲਿਖ ਲਿਆ the diagram explains the way in which ਇੱਥੇ ਤੱਕ ਤੁਹਾਡਾ ਲਾਈਨ ਆ ਗਿਆ। ਹੁਣ ਤੁਸੀਂ ਦੇਖੋ ਇਹ ਕਿੰਨੀ ਸੋਹਣੀ ਲਾਈਨ ਹੈ the diagram explains the way in which। ਉਸ ਤੋਂ ਬਾਅਦ ਅਸੀਂ ਆਪਣੀ ਪੈਸਿਵ ਵਾਲਾ ਸੈਂਟੈਂਸ ਲਗਾ ਦਾਂਗੇ ਰਾਈਟ। ਹੁਣ ਤੁਸੀਂ ਦੇਖੋ ਅਸੀਂ ਇਹਦੇ ਚ ਕਾਟਨ ਟੀ-ਸ਼ਰਟ ਦੀ ਗੱਲ ਕਰ ਰਹੇ ਹਾਂ ਸੋ ਅਸੀਂ ਲਿਖਾਂਗੇ the diagram explains the way in which cotton t-shirt is made। पैसिव देखो कुछ कीता जाता है सो कॉटन टी शर्ट इज मेड कॉटन टी शर्ट बनाई जा रही है। सो ये जी लाइन है ये एक कॉम्पलैक्स लाइन है क्योंकि असीं इहदे विच विच दा यूज कीता। द डायग्राम एक्सप्लेन्स द वे क्योंकि असीं इस पूरे प्रोसेस ग्राफ दे विच असीं पूरे स्टैप्स दसने हैं कि किस तरीके नाल कॉटन टी शर्ट जिहड़ी है बनदी है। सो the diagram explains the way in which ਹੁਣ which ਜਿਹੜਾ ਇੱਕ relative pronoun ਹੈ ਜਿਹੜਾ ਕਿ ਅਸੀਂ use ਕਰਕੇ sentence ਨੂੰ complex ਬਣਾਤਾ ਹੈ ਔਰ ਉਸ ਤੋਂ ਬਾਅਦ ਅਸੀਂ ਇੱਕ passive sentence ਲਗਾਤਾ। ਦੇਖੋ ਸਟੂਡੈਂਟਸ ਤੁਸੀਂ ਜਿੰਨੇ ਵੀ complex sentences use ਕਰੋਗੇ ਉਹਦੇ ਨਾਲ ਤੁਹਾਡਾ band score हाई हुंदा है। सो कॉम्पलैक्स सेंटेंसेस यूज करने की कोशिश करो। सो पहली जिहड़ी साडी लाइन है बहुत खूबसूरत बन गई है। असी इनू बहुत ईजी तरीके नाल तुसी अपने किसी भी प्रोसेस ग्राफ दे विच यूज कर सकते हो। देखो द डायग्राम एक्सप्लेन्स द वे इन विच लगा के उस बाद जिहड़े भी रिलेटेड तुहाडा प्रोसेस ग्राफ आएगा ओदा तुसी पैसिव जिहड़ा सेंटेंस बना के। सो नैक्सट साडा आएगा ओवरव्यू जिहड़ा कि असी इंट्रोडक्शन तो बाद एक लाइन छड्ड के लिखांगे। ओवरव्यू मीनस ओवरऑल। सो इस चीज़ का ध्यान रखना है कि जब भी तुसी ओवरव्यू लिखना है असी ओवरऑल वर्ड का यूज जरूर करना है। तुसी ओवरऑल लिखन तो बाद कॉमा पा के फिर जो भी तुसी लिखना है ओवरऑल जरूर वर्ड यूज करना है असी अपने ओवरव्यू दे विच। हुण इस ओवरव्यू दे विच ओवरऑल लिख के असी दो चीज़ों का ध्यान रखना है। एक तां कि साडियां डायग्राम दे विच किन्नियां स्टेजेस ने असी ये दसना है ते दूसरा साडा प्रोसेस कित्थों शुरू होया ते कित्थे खत्म होया ये दो चीज़ां नूं असीं डिफाइन करना है। दोबारा दस रही है एक तां असीं ये दसना है कि किन्नियां स्टेजेस ने राइट ते साडा जिहड़ा प्रोसेस है वो कित्थों शुरू होया ते कित्थों खत्म होया राइट। हुण इस डायग्राम च देखो साडे कोल टोटल 9 स्टेजेस ने ते असीं ये डिफाइन करांगे इह च टोटल 9 स्टेजेस ने और साडा प्रोसेस कित्थों शुरू होया कॉटन पिकिंग तो शुरू होया और एंडिंग च देखो उन्होंने तीन ऑप्शन दिते ने या तो थ्रोइंग अवे या फिर बर्निंग का दिता या रीसाइकलिंग का। सो असीं एंडिंग च इदां लिखांगे राइट। पर इस चीज़ का ध्यान रखना कि जद असीं अपना प्रोसेस दे विच स्टेजेस तो बाद जद असीं बिगनिंग विद लिखना है कॉटन पिकिंग की गल करनी है तो असीं ING लगा के लिखांगे राइट। हुण तुसीं देखो तुहाडे सामने लाइन आ रही है देख रहे हैं असीं ओवरऑल द डायग्राम कंसिस्ट ऑफ 9 स्टेजेस क्योंकि इह टोटल 9 स्टेजेस ने। उस तो बाद शुरुआत का स्टैप देखो सब तो पहला कॉटन पिक हो रहा सो असीं लिखांगे बिगनिंग विद लगा के देन द कॉटन पिकिंग इत्थे कॉटन पिकर लिखिया बट एक्चुअल च वर्ब किहड़ा है कॉटन पिक कीता जा रहा है। सो असीं वर्ब जिहड़ा पिक है उहदे नाल ING लगा दांगे किद्दां लिखांगे बिगनिंग विद द कॉटन पिकिंग राइट। सो शुरुआत दा एक्शन साडा कॉटन पिकिंग दा एंड एंडिंग अप विद सो एंडिंग अप विद लगा के हुण देखो तीन ऑप्शन दिते थ्रो अवे दा बर्निंग दा ते रीसाइकल दा इहदे नाल भी असीं ING ऐड करांगे। देखो एंडिंग अप विद द थ्रोइंग अवे थ्रो दे नाल थ्रोइंग अवे आ गया और बर्निंग और रीसाइकलिंग ऑफ द गारमेंट। सो असीं जिहड़े भी वर्ब्स ने उन्हां नाल ING लगा के असीं अपना ओवरऑल ओवरव्यू दे दिता राइट। सो इस तरीके नाल असीं अपना ओवरऑल दे दांगे बट ओवरऑल जिहड़ा पैराग्राफ है सैकेंड वाला जिहड़ा असीं लिखना लाइन छड्ड के उह ओवरऑल वर्ड जरूर इस्तेमाल करना है। आफ्टर इंट्रोडक्शन ते ओवरऑल हुण असीं करांगे अपनी डिस्क्रिप्शन भी असीं ओवरऑल तो बाद एक लाइन छड्ड के लिखांगे। हुण डिस्क्रिप्शन दे लई असीं कनैक्टर्स दा इस्तेमाल करांगे। सो पहले प्रोसैस दे लई बिगनिंग दे लई असीं किहड़े कनैक्टर्स यूज करांगे देखो असीं यूज करांगे first of all, firstly, at the outset, to begin या to commence।
ਹੁਣ ਇਹਨਾਂ ਵਿੱਚੋਂ ਤੁਸੀਂ ਪਹਿਲੇ ਪ੍ਰੋਸੈਸ ਨੂੰ ਪਹਿਲੇ ਸਟੈਪ ਨੂੰ ਡਿਸਕ੍ਰਾਈਬ ਕਰਨ ਲਈ ਇਹਨਾਂ ਚੋਂ ਕੋਈ ਵੀ ਕਨੈਕਟਰਸ ਯੂਜ਼ ਕਰ ਸਕਦੇ ਹੋ। First of all, firstly at the outset to begin and to commence, right? Next steps ਲਈ ਸਾਡੇ ਕੋਲ connectors ਨੇ after that, then, next, in the next stage, following this, right? So ਤੁਸੀਂ ਇਹ connectors next stages ਲਈ next steps ਲਈ use ਕਰ ਸਕਦੇ ਹੋ। And ਸਬਸੀਕੁਐਂਟਲੀ ਜਿਹੜਾ ਸਾਡਾ ਕਨੈਕਟਰ ਹੈ ਇਹਨੂੰ ਅਸੀਂ ਯੂਜ਼ ਕਰਾਂਗੇ ਆਪਣੀ ਸੈਕਿੰਡ ਲਾਸਟ ਸਟੇਜ ਲਈ, ਮਤਲਬ ਲਾਸਟ ਵਾਲੀ ਸਟੇਜ ਤੋਂ ਪਹਿਲਾਂ ਜਿਹੜੀ ਸਟੇਜ ਆਂਦੀ ਉਹਦੇ ਲਈ ਅਸੀਂ ਯੂਜ਼ ਕਰਾਂਗੇ ਸਬਸੀਕੁਐਂਟਲੀ। ਦੈਨ ਲਾਸਟ ਵਾਲੀ ਸਟੇਜ ਲਈ ਲਾਸਟ ਵਾਲੇ ਸਟੈਪ ਲਈ ਅਸੀਂ ਯੂਜ਼ ਕਰਾਂਗੇ ਫਾਈਨਲੀ ਜਾਂ ਇਨ ਦਾ ਐਂਡ, ਰਾਈਟ? ਸੋ ਇਹ ਕਨੈਕਟਰਸ ਦਾ ਇਸਤੇਮਾਲ ਕਰਕੇ ਅਸੀਂ ਆਪਣੀ ਡਿਸਕ੍ਰਿਪਸ਼ਨ ਲਿਖਾਂਗੇ। ਸੋ ਸਟੂਡੈਂਟਸ ਤੁਸੀਂ ਇਹ ਦੇਖੋ ਕਿ ਜੇ ਅਸੀਂ ਓਵਰਆਲ ਗੱਲ ਕਰੀਏ ਕਿ ਸਾਡੇ ਕੋਲ ਕਿੰਨੇ ਕਨੈਕਟਰਸ ਨੇ, ਦੇਖੋ ਪਹਿਲੇ ਵਾਲੇ ਸਟੈਪ ਲਈ ਇੱਕ ਕਨੈਕਟਰ ਹੋ ਗਿਆ। ਫਸਟ ਆਫ ਆਲ ਫਸਟਲੀ ਐਟ ਦਾ ਆਊਟਸੈਟ ਟੂ ਬਿਗਿਨ ਜਾਂ ਟੂ ਕਮੈਂਸ ਦੇ ਵਿੱਚੋਂ ਕੋਈ ਵੀ ਯੂਜ਼ ਕਰ ਲਾਂਗੇ ਇੱਕ ਕਨੈਕਟਰ। ਦੈਨ ਆਫਟਰ ਦੈਟ, ਦੈਨ ਨੈਕਸਟ, ਇਨ ਦ ਨੈਕਸਟ ਸਟੇਜ। ਸੋ 1 2 3 4 5 6 7 8 ਓਵਰਆਲ ਸਾਡੇ ਕੋਲ 8 ਕਨੈਕਟਰਸ ਨੇ। ਹੁਣ ਤੁਹਾਡੇ ਮਨ 'ਚ ਸਵਾਲ ਆਏਗਾ ਕਿ ਮੈਮ ਜੇ ਸਾਡੇ 15 ਸਟੈਪਸ ਆ ਜਾਣ ਜਾਂ 8 ਤੋਂ ਜ਼ਿਆਦਾ ਸਟੈਪਸ ਆ ਜਾਣ, 10 ਸਟੈਪਸ ਆ ਜਾਣ ਜਾਂ ਜ਼ਿਆਦਾ ਸਟੈਪਸ ਆ ਜਾਣ, ਫਿਰ ਅਸੀਂ ਕਿਹੜੇ ਕਨੈਕਟਰਸ ਯੂਜ਼ ਕਰਾਂਗੇ? ਸੋ ਸਟੂਡੈਂਟਸ ਅੱਜ ਦੇ ਇਸ ਗ੍ਰਾਫ ਦੇ ਵਿੱਚ ਮੈਂ ਤੁਹਾਡੀ ਇਹ ਵੀ ਇੱਕ ਕਲੈਰਿਟੀ ਰੱਖਣੀ ਕਿ ਅਸੀਂ ਕਨੈਕਟਰਸ ਹਰ ਲਾਈਨ ਦੇ ਵਿੱਚ ਯੂਜ਼ ਨਹੀਂ ਕਰਨਾ, ਬਿਕਾਜ਼ ਜੇ ਤੁਸੀਂ ਹਰ ਲਾਈਨ ਦੇ ਵਿੱਚ ਕਨੈਕਟਰ ਯੂਜ਼ ਕਰੋਗੇ ਤਾਂ ਤੁਹਾਡਾ ਜਿਹੜਾ ਗ੍ਰਾਫ ਹੈ ਮੋਨੋਟੋਨਸ ਹੋ ਜਾਏਗਾ, ਰਾਈਟ? ਤੇ ਕਨੈਕਟਰਸ ਯੂਜ਼ ਕਰਨ ਦਾ ਜਿਹੜਾ ਰੋਬ ਹੈ ਉਹ ਖਤਮ ਹੋ ਜਾਏਗਾ। ਐਗਜ਼ਾਮੀਨਰ ਜਿਹੜਾ ਹੈ ਤੁਹਾਨੂੰ ਬੈਂਸ ਨਹੀਂ ਦੇਗਾ ਬਿਕਾਜ਼ ਤੁਸੀਂ ਹਰ ਜਗ੍ਹਾ ਤੇ ਕਨੈਕਟਰਸ ਓਵਰ ਹੋ ਜਾਏਗੀ ਚੀਜ਼। ਸੋ ਅਸੀਂ ਓਵਰ ਨਹੀਂ ਕਰਨਾ, ਅਸੀਂ ਬੈਲੈਂਸ ਬਣਾ ਕੇ ਰੱਖਣਾ ਹੈ ਤਾਂ ਕਿ ਇਹ ਕਨੈਕਟਰਸ ਲਾਈਨ ਦੀ ਖੂਬਸੂਰਤੀ ਨੂੰ ਵਧਾਉਣ, ਕੰਪਲੈਕਸਿਟੀ ਨੂੰ ਵਧਾਉਣ। ਜੇ ਤੁਸੀਂ ਜ਼ਿਆਦਾ ਕਨੈਕਟਰਸ ਪਾ ਦੋਗੇ ਤਾਂ ਤੁਹਾਡਾ ਜਿਹੜਾ ਗ੍ਰਾਫ ਹੈ ਉਹ ਬੈਂਡ ਸਕੋਰ ਨਹੀਂ ਅਚੀਵ ਕਰ ਪਾਏਗਾ। ਸੋ ਅੱਜ ਮੈਂ ਤੁਹਾਨੂੰ ਇਹੀ ਸਿਖਾਣਾ ਡਿਸਕ੍ਰਿਪਸ਼ਨ 'ਚ ਕਿ ਅਸੀਂ ਕਿੱਦਾਂ ਕਨੈਕਟਰਸ ਯੂਜ਼ ਕਰਨੇ ਔਰ ਕਿੰਨੇ ਕੁ ਕਰਨੇ ਤਾਂ ਕਿ ਬੈਲੈਂਸ ਰਵੇ ਔਰ ਸਾਨੂੰ ਗ੍ਰਾਫ ਦੇ ਵਿੱਚ ਮੈਕਸਿਮਮ ਮਾਰਕਸ ਮਿਲ ਸਕਣ, ਰਾਈਟ? ਸੋ ਹੁਣ ਅਸੀਂ ਵਧਦੇ ਹਾਂ ਆਪਣੀ ਡਿਸਕ੍ਰਿਪਸ਼ਨ ਵੱਲ। Now talking about description, ਸਭ ਤੋਂ ਪਹਿਲਾਂ ਅਸੀਂ ਆਪਣਾ ਪਹਿਲਾ ਸਟੈਪ ਲਿਖਾਂਗੇ। ਅਸੀਂ ਕਨੈਕਟਰ ਲਗਾਇਆ at the outset. At the outset, cotton bushes grow and produce cotton. So ਇਹ ਮੈਂ present indefinite tense ਦਾ ਅਸੀਂ ਇੱਥੇ use ਕੀਤਾ ਕਿ cotton bushes grow and produce cotton, ਕਿ cotton bushes grow ਕਰਦੇ ਨੇ ਤੇ cotton produce ਕਰਦੇ ਨੇ। So simple present indefinite tense ਦਾ use ਕੀਤਾ ਗਿਆ। Then after that, second step ਦੇ ਲਈ ਮੈਂ after that connector ਦਾ use ਕੀਤਾ। The cotton is picked by a machine called a cotton picker. ਹੁਣ ਤੁਸੀਂ ਦੇਖੋ ਇਹ ਮੈਂ passive ਦੀ ਲਾਈਨ ਲਗਾਈ, present definite passive ਲਿਖਿਆ। The cotton is picked, right? is the ਨਾਲ verb ਦੀ third form, picked by a machine called a cotton picker. ਹੁਣ ਇੱਥੇ ਮੈਂ by ਦਾ use ਇੱਥੇ ਇਸ ਕਰਕੇ ਕੀਤਾ ਕਿਉਂਕਿ ਸਾਨੂੰ ਸਟੈਪ ਦੱਸਿਆ ਗਿਆ ਹੈ, ਸਾਨੂੰ ਉੱਥੇ ਪਤਾ ਆ ਕਿ ਕਾਟਨ ਕਿੱਦਾਂ ਪਿਕ ਕੀਤੀ ਜਾਂਦੀ ਹੈ। ਉਹਨਾਂ ਨੇ ਦੱਸਿਆ, ਦਿਖਾਇਆ ਹੈ ਸਟੈਪ ਦੇ ਵਿੱਚ ਕਿ ਇੱਕ ਮਸ਼ੀਨ ਜਿਹਨੂੰ ਕਿ ਅਸੀਂ ਕਾਟਨ ਪਿਕਰ ਉਹਨਾਂ ਨੇ ਡਿਸਕ੍ਰਾਈਬ ਕੀਤਾ ਹੋਇਆ ਉਹਦੇ ਦੁਆਰਾ ਕਾਟਨ ਨੂੰ ਪਿਕ ਕੀਤਾ ਜਾਂਦਾ ਹੈ। ਸੋ ਇੱਥੇ ਅਸੀਂ by ਲਿਖਤਾ, by a machine called a cotton picker. Then next ਦੇਖੋ, then cotton is converted into bales of cotton and transported to a factory where the cotton is spun into thread before it is woven into cloth. ਹੁਣ ਤੁਸੀਂ ਦੇਖੋ ਕਿ ਅਸੀਂ 4 ਸਟੈਪਸ ਕਿ ਕਾਟਨ ਨੂੰ ਕਨਵਰਟ ਕੀਤਾ ਜਾਂਦਾ ਬੇਲਸ ਆਫ ਕਾਟਨ, ਕਿ ਕਾਟਨ ਦੇ ਰੋਲਸ ਬਣਾਏ ਜਾਂਦੇ ਆ, ਰਾਈਟ? ਕਾਟਨ ਨੂੰ, ਰੂ ਨੂੰ, ਉਹਨੂੰ ਚੰਗੀ ਤਰ੍ਹਾਂ ਪਿੰਜਾ ਕੇ ਉਹਦੇ ਰੋਲਸ ਬਣਦੇ ਨੇ। ਫਿਰ ਉਹਨੂੰ ਅਸੀਂ ਟਰਾਂਸਪੋਰਟ ਕੀਤਾ ਜਾਂਦਾ ਫੈਕਟਰੀ 'ਚ ਜਿੱਥੇ ਉਹਨੂੰ ਧਾਗੇ ਵਿੱਚ ਕੱਤਿਆ ਜਾਂਦਾ ਹੈ, ਰਾਈਟ? ਕੱਪੜਾ ਬਣਾਉਣ ਤੋਂ ਪਹਿਲਾਂ। ਹੁਣ ਤੁਸੀਂ ਦੇਖੋ ਇਹ ਚਾਰੋਂ ਸਟੈਪਸ ਅਸੀਂ ਐਕਸਪਲੇਨ ਕੀਤੇ ਪਰ ਕਨੈਕਟਰ ਸਿਰਫ ਇੱਕੋ ਯੂਜ਼ ਕੀਤਾ ਦੈਨ। ਇਹੀ ਮੈਂ ਤੁਹਾਨੂੰ ਸਮਝਾ ਰਹੀ ਸੀ ਕਿ ਬਾਰ-ਬਾਰ ਲਾਈਨ 'ਚ ਕਨੈਕਟਰ ਨਹੀਂ ਲਾਣਾ ਹਰ ਸਟੈਪ ਤੇ। ਕਿੱਦਾਂ ਖੂਬਸੂਰਤੀ ਨਾਲ ਲਾਈਨ ਲਿਖਣੀ ਹੈ, ਕੰਪਲੈਕਸਿਟੀ ਬਣਾ ਕੇ ਏਦਾਂ ਲਿਖਣੀ ਹੈ। ਦੇਖੋ ਅਸੀਂ ਇੱਕੋ ਹੀ ਕਨੈਕਟਰ ਯੂਜ਼ ਕੀਤਾ ਪਰ 4 ਸਟੈਪਸ ਐਕਸਪਲੇਨ ਕੀਤੇ। ਕਿੱਦਾਂ ਕਰਨੇ ਆ ਦੇਖੋ। ਅਸੀਂ ਪਹਿਲਾਂ ਲਗਾਇਆ ਕਾਟਨ ਇਜ਼ ਕਨਵਰਟਡ ਇਨਟੂ ਬੇਲਸ ਆਫ ਕਾਟਨ, ਰਾਈਟ? ਪੈਸਿਵ ਬਣਾ ਕੇ ਅਸੀਂ ਲਿਖਤਾ ਕਾਟਨ ਇਜ਼ ਕਨਵਰਟਡ ਇਨਟੂ ਬੇਲਸ ਆਫ ਕਾਟਨ। फिर मैं एंड लगा के नेक्स्ट स्टेप ज्वाइन करता है एंड ट्रांसपोर्टेड टू अ फैक्ट्री, राइट? हुन फैक्ट्री ट्रांसपोर्ट हो गई जिथे वेयर, क्योंकि फैक्ट्री की जगह है जिथे लेके जाया जाता है कॉटन, राइट? सो वेयर द कॉटन इज स्पन इनटू थ्रेड। हुन असी
ਥ੍ਰੈਡ ਨੂੰ ਟ੍ਰਾਂਸਫਾਰਮ ਕੀਤਾ ਵਿੱਚ ਕਾਟਨ ਨੂੰ ਟ੍ਰਾਂਸਫਾਰਮ ਕੀਤਾ ਥ੍ਰੈਡ ਵਿੱਚ ਸੋ ਸਪਿਨ ਦਾ ਥਰਡ ਫਾਰਮ ਹੈਗਾ ਸਪਨ ਫਿਰ ਪੈਸਿਵ ਅਸੀਂ ਲਿਖ ਲਿਆ नेक्स्ट देखो वेरी इंपॉर्टेंट बिफोर मैं बिफोर अटैच किया बिफोर इट इज वोवन इनटू क्लॉथ सो वीव दा थर्ड फॉर्म वोवन है सो बिफोर इट इज वोवन इनटू क्लॉथ मींस कपड़ा बनाने तो पहला सो तुसी सौखे शब्द समझो कि की कीता असी ए लिखिया कि कॉटन नु कपड़ा बनाने तो पहला ਇਹ ਸਾਰੇ ਸਟੈਪਸ ਹੋਏ ਕੀ ਸਟੈਪਸ ਹੋਏ ਕਿ ਪਹਿਲਾਂ ਉਹਨੂੰ ਬੇਲਸ ਆਫ ਕਾਟਨ ਚ ਕਨਵਰਟ ਕੀਤਾ ਗਿਆ ਫਿਰ ਉਹਨੂੰ ਟਰਾਂਸਪੋਰਟ ਕੀਤਾ ਗਿਆ ਫਿਰ ਉਹਨੂੰ ਥ੍ਰੈਡ ਦੇ ਵਿੱਚ ਕਨਵਰਟ ਕੀਤਾ ਗਿਆ ਫਿਰ ਥ੍ਰੈਡ ਤੋਂ ਕਾਟਨ ਦੇ ਵਿੱਚ ਕੱਪੜੇ ਦੇ ਵਿੱਚ ਵੀਵ ਕੀਤਾ ਗਿਆ ਸੋ ਬਿਫੋਰ ਇੱਕ ਬਹੁਤ ਹੀ ਵਧੀਆ ਵਰਡ ਹੈ ਜਿਹਦੇ ਨਾਲ ਤੁਸੀਂ ਬਾਕੀ ਪੁਰਾਣੇ ਸਾਰੇ ਜਿਹੜੇ ਪਿਛਲੇ ਸਟੈਪਸ ਨੇ ਉਹਨੂੰ ਵੀ ਐਕਸਪਲੇਨ ਕਰ ਸਕਦੇ ਹੋ एग्जाम्पल देखो तो बहुत सारे प्रोसेस ग्राफ ने जिथे कि एग्जाम्पल है जिस असं लिखा कि असं स्टील रॉड्स बनाई सो असं लिखा कि स्टील रॉड बनाने तो पहला उन्होंने उत्थे फैक्ट्री च ले जाया गया जिथे उन्होंने 300 डिग्री सेल्सियस से पिघलाया गया सो उसी दा लिख सकते कि फैक्ट्री च ले जाके सो पिघलान तो सो स्टील रॉड बनने तो पहला बिफोर मेकिंग इट अ स्टील रॉड सो इट वाज right it was heated to 300 degree celsius so इस तरीके नाल before लगा के ਅਸੀਂ पिछले सारे steps को ਨੂੰ फैक्ट्री ट्रांसपोर्ट किते गए जिथे एक पर्टिकुलर प्लेस ते बर्नर ते ਅਸੀਂ ਉਹਨੂੰ 300 डिग्री सेल्सियस ते हीट किया पिघलाया और फिर रॉड बनाई सो इसी तरीके नाल ਅਸੀਂ before ਦਾ यूज करके पिछले सारे steps ਨੂੰ भी कनेक्ट कर दिता ਤੁਸੀਂ ਵੀ ਜਦ ਆਪਣੇ ਪ੍ਰੋਸੈਸ ਗ੍ਰਾਫ ਦੇ ਵਿੱਚ ਕੋਈ ਵੀ ਪ੍ਰੋਸੈਸ ਗ੍ਰਾਫ ਲਿਖਣਾ ਜਿਹ ਸਟੈਪਸ ਜ਼ਿਆਦਾ ਨੇ ਕਨੈਕਟਰ ਇੱਕ ਯੂਜ਼ ਕਰਕੇ ਤੁਸੀਂ ਐਦਾਂ ਹੀ ਲਾਈਨ ਦੀ ਕੰਪਲੈਕਸਿਟੀ ਬਣਾਣੀ ਹੈ ਹੁਣ ਦੇਖੋ ਵੇਅਰ ਲੱਗਾ ਹੈ ਕੰਪਲੈਕਸ ਲਾਈਨ ਹੈ ਕੰਪਲੈਕਸ ਮੈਂ ਇੱਕ ਜਗ੍ਹਾ ਨੂੰ ਜਦ ਤੁਸੀਂ ਕਿਸੇ ਪ੍ਰੋਸੈਸ ਗ੍ਰਾਫ ਦੇ ਵਿੱਚ ਕੋਈ ਜਗ੍ਹਾ ਡਿਫਾਈਨ ਕਰਨੀ ਵੀ ਉੱਥੇ ਲੈ ਕੇ ਗਏ ਹੈ ਪਾਰਟਿਕੂਲਰ ਫੈਕਟਰੀ ਜਾਂ ਕੋਈ ਵੀ ਆਊਟਲੈਟ ਉੱਥੇ ਵੀ ਤੁਸੀਂ ਵੇਅਰ ਦਾ ਯੂਜ਼ ਕਰਨਾ ਹੈ ਰਾਈਟ ਔਰ ਬਿਫੋਰ ਲਗਾ ਕੇ ਤੁਸੀਂ ਆਪਣੇ ਸਾਰੇ ਸਟੈਪਸ ਨੂੰ ਕਨੈਕਟ ਕਰ ਦੇਣਾ ਹੈ ਇਸ ਤਰੀਕੇ ਨਾਲ ਤੁਹਾਡੀ ਲਾਈਨ ਕੰਪਲੈਕਸ ਹੋ ਜਾਏਗੀ ਬਾਰ-ਬਾਰ ਕੈਰੈਕਟਰਸ यूज करने की लोड़ नहीं पड़ेगी और बहुत इजीली तुसी वर्ड लिमिट ਨੂੰ भी ध्यान च रखते हो इजीली अपने स्टेप्स ਨੂੰ एक्सप्लेन कर सकते हो नेक्स्ट देखो ਅਸੀਂ नेक्स्ट कनेक्टर ਦਾ यूज करके नेक्स्ट स्टेप्स लिखिए नेक्स्ट cloth is designed and sent it for dyeing before making it a t-shirt so cloth is designed cloth ਨੂੰ ਡਿਜ਼ਾਈਨ ਕੀਤਾ ਜਾਂਦਾ ਹੈ and send it for dyeing before making it a t-shirt so ਜਿੱਦਾਂ ਅਸੀਂ ਪਹਿਲਾਂ ਬਣਾਇਆ ਉਸ ਤਰੀਕੇ ਨਾਲ ਅਸੀਂ ਤਿੰਨ ਸਟੈਪਸ ਨੂੰ ਇੱਕੋ ਲਾਈਨ 'ਚ ਲਿਖ ਦਿੱਤਾ ਕੱਲਾ ਇੱਕੋ ਕਨੈਕਟਰ ਯੂਜ਼ ਕੀਤਾ next and send it for dyeing dyeing ਲਈ ਭੇਜਿਆ ਜਾਂਦਾ before making it a t-shirt so t-shirt ਬਣਨ ਤੋਂ ਪਹਿਲਾਂ ਇਹ ਸਾਰੇ ਸਟੈਪਸ ਹੋ ਗਏ ਰਾਈਟ ਸੋ t-shirt ਬਣਾਉਣ ਤੋਂ ਪਹਿਲਾਂ ਇਹ ਸਾਰੇ ਸਟੈਪਸ ਹੋ ਗਏ ਕਿ ਉਹਨੂੰ ਡਿਜ਼ਾਈਨ ਕੀਤਾ ਜਾਂਦਾ ਤੇ ਡਾਈਂਗ ਲਈ ਭੇਜਿਆ ਜਾਂਦਾ ਰਾਈਟ ਉਸ ਤੋਂ ਬਾਅਦ following this ਉਸ ਤੋਂ ਬਾਅਦ ਸਾਡਾ ਆ ਗਿਆ T-shirt is ready for the packaging and it is sent to a shop where it is sold. So तीनों फिर ऐसे steps इकट्ठे करते following this connector लगा के कि T-shirt ready है packaging लाई and then it is sent to a shop where it is sold. हम shop एक जगह है फिर ऐसे complex line बनाती where लगा के right. So where लगा के where it is sold. So T-shirt नू उत्थे send किया जाता है जिथे उन्होंने बेचा जाता है right. So passive lines देखो ਅਸੀਂ इस्तेमाल कर रहे हैं fine. Then subsequently so already I told you कि subsequently ਅਸੀਂ connector ਉੱਥੇ use ਕਰਨਾ ਹੈ ਜਿੱਥੇ ਸਾਡਾ second last step ਹੋਵੇ ਹੁਣ ਸਾਡਾ second last step ਹੈਗਾ ਕਿ customer ਨੇ t-shirt wear ਕਰਨੀ ਹੈ so ਅਸੀਂ ਲਿਖਿਆ subsequently the customer wears the t-shirt so ਅਸੀਂ present indefinite tense ਦਾ ਇਸਤੇਮਾਲ ਕੀਤਾ the customer wears the t-shirt ਨਾਲ until it becomes old and shabby until it becomes old and shabby कि जब तक टी-शर्ट पुरानी या गंदी नहीं हो जाती कस्टमर टी-शर्ट पांदा so the customer wears the t-shirt until it becomes old and shabby and हुन साडा आ गया last step finally हुन इहदे बाद उन्होंने सानू 3 arrows लगा के 3 steps दस्से ने या तां उहनूं असीं डस्टबिन च थ्रो करदे हां as a rubbish या फिर ਅਸੀਂ ਉਹਨੂੰ ਜਲਾ ਦਿੰਨੇ ਆ ਜਾਂ ਫਿਰ ਅਸੀਂ ਉਹਨੂੰ ਰੀਸਾਈਕਲ ਕਰਦੇ ਆ ਸੋ ਇਹਨਾਂ ਨੂੰ ਵੀ ਅਸੀਂ ਪੈਸਿਵਸ ਦੇ ਨਾਲ ਹੀ ਲਿਖਾਂਗੇ finally it is thrown away as rubbish right so throw da asi third form lagata it is thrown away as rubbish कूड़े दे तरीके नाल ਅਸੀਂ डस्टबिन च सिट ਦਿੰਨੇ ਆ ਜਾਂ burnt right so burnt third form ਲੱਗ ਗਿਆ और recycled so recycle the third form recycled ਅਸੀਂ passive ਬਣਾ ਦਿੱਤਾ ਆਪਣਾ ਜਿਹੜੀਆਂ ਤਿੰਨੋਂ ਨੂੰ right so ਇਸ ਤਰੀਕੇ ਨਾਲ ਅਸੀਂ ਆਪਣਾ प्रोसेस ग्राफ लिखना है कॉम्बिनेशन ऑफ कनेक्टर्स दे नाल राइट तुसी देखना है लाइन नू कॉम्प्लेक्स बनाना है एंड ज्यादा कनेक्टर्स यूज नहीं करने ते
ਪ੍ਰੈਜ਼ੈਂਟ ਇੰਡੈਫਿਨਿਟ ਟੈਂਸ ਤੇ ਪ੍ਰੈਜ਼ੈਂਟ ਇੰਡੈਫਿਨਿਟ ਪੈਸਿਵ, ਇਸ ਤਰੀਕੇ ਨਾਲ ਤੁਸੀਂ ਆਪਣੇ ਪ੍ਰੋਸੈਸ ਗ੍ਰਾਫ ਨੂੰ ਈਜ਼ੀਲੀ ਐਕਸਪਲੇਨ ਕਰ ਸਕਦੇ ਹੋ। ਥੈਂਕ ਯੂ ਫॉर ਵਾਚਿੰਗ ਦਿਸ ਵੀਡੀਓ। ਆਈ ਹੋਪ ਤੁਹਾਨੂੰ ਵੀਡੀਓ ਬਹੁਤ ਚੰਗੀ ਲੱਗੀ ਹੋਏਗੀ, ਤੁਹਾਨੂੰ ਲੈਸਨ ਪ੍ਰੋਸੈਸ ਗ੍ਰਾਫ ਬਿਲਕੁਲ ਕਲੀਅਰ ਹੋ ਗਿਆ ਹੋਏਗਾ, ਤੁਹਾਡੇ ਡਾਊਟਸ ਬਿਲਕੁਲ ਖਤਮ ਹੋ ਗਏ ਹੋਣਗੇ। ਸੋ ਸਟੂਡੈਂਟ, ਸਿਰਫ ਇਹੀ ਇੱਕ ਤਰੀਕਾ ਨਹੀਂ ਹੈ ਪ੍ਰੋਸੈਸ ਗ੍ਰਾਫ ਲਿਖਣ ਦਾ, ਹੋਰ ਵੀ ਬਹੁਤ ਤਰੀਕੇ ਨੇ ਜਿਹੜੇ ਕਿ ਅਸੀਂ ਤੁਹਾਨੂੰ ਅੱਗੇ ਆਉਣ ਵਾਲੀ ਵੀਡੀਓ 'ਚ ਐਕਸਪਲੇਨ ਕਰਾਂਗੇ। ਵੀਡੀਓ ਕਿੱਦਾਂ ਦੀ ਲੱਗੀ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ, ਲਾਈਕ ਕਰਨਾ, ਆਪਣੇ ਫਰੈਂਡਸ ਨਾਲ ਸ਼ੇਅਰ ਕਰਨਾ, ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਜਲਦ ਹੀ ਮਿਲਾਂਗੇ ਇੱਕ ਹੋਰ ਨਵੀਂ ਵੀਡੀਓ ਦੇ ਨਾਲ। Till then, take care.